ਸਤਿ ਸ਼੍ਰੀ ਅਕਾਲ ਦੋਸਤੋ, ਇਸ ਖਾਸ ਇਤਿਹਾਸਿਕ ਵਿਸ਼ਲੇਸ਼ਣ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਆਪਾਂ ਆਜ਼ਾਦੀ ਦੀ ਉਸ ਪਹਿਲੀ ਲੜਾਈ ਯਾਨੀ 1857 ਦੇ ਮਹਾਨ ਵਿਦਰੋਹ ਦੀ ਗੱਲ ਕਰਨ ਜਾ ਰਹੇ ਹਾਂ, ਜਿਸ ਨੇ ਬ੍ਰਿਟਿਸ਼ ਰਾਜ ਦੀਆਂ ਜੜ੍ਹਾਂ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤੀਆਂ ਸਨ। ਸਰਕਾਰੀ ਪ੍ਰੀਖਿਆਵਾਂ ਦੇ ਨਜ਼ਰੀਏ ਤੋਂ ਇਸ ਇਤਿਹਾਸਿਕ ਘਟਨਾਕ੍ਰਮ ਦੀਆਂ ਇਨ੍ਹਾਂ ਮੁੱਖ 10 ਘਟਨਾਵਾਂ ਵਿੱਚ ਮਹਾਰਤ ਹਾਸਲ ਕਰਨਾ ਤੁਹਾਡੇ ਲਈ ਬਿਲਕੁਲ ਜ਼ਰੂਰੀ ਹੈ। ਤਾਂ ਫਿਰ ਆਓ ਸ਼ੁਰੂ ਕਰਦੇ ਹਾਂ। ਅੱਜ ਦੀ ਇਸ ਮਾਸਟਰ ਕਲਾਸ ਵਿੱਚ ਆਪਾਂ ਬਗਾਵਤ ਦੀਆਂ ਸ਼ੁਰੂਆਤੀ ਚਿੰਗਾਰੀਆਂ, ਪੂਰੀ ਟਾਈਮਲਾਈਨ, ਮੁੱਖ ਨੇਤਾਵਾਂ, ਸਾਡੀ ਰਣਨੀਤਿਕ ਅਸਫਲਤਾ ਅਤੇ ਅੰਤਿਮ ਨਤੀਜਿਆਂ ਬਾਰੇ ਜਾਣਾਂਗੇ ਅਤੇ ਅਖੀਰ ਵਿੱਚ ਹੋਵੇਗਾ ਇੱਕ ਜ਼ਬਰਦਸਤ ਮੌਕ ਟੈਸਟ। ਐਗਜ਼ਾਮ ਵਿੱਚ ਉਹਨਾਂ ਬਹੁਤ ਹੀ ਮਹੱਤਵਪੂਰਨ 4 ਅੰਕਾਂ ਵਾਲੇ ਪ੍ਰਸ਼ਨਾਂ ਨੂੰ ਪੱਕਾ ਕਰਨ ਲਈ ਸਭ ਤੋਂ ਪਹਿਲਾਂ ਵਿਦਰੋਹ ਦੇ ਕਾਰਨਾਂ ਨੂੰ ਸਮਝਣਾ ਪਵੇਗਾ। ਹੁਣ ਕਮਾਲ ਦੀ ਗੱਲ ਇਹ ਹੈ ਕਿ ਇਹ ਕੋਈ ਇੱਕ ਦਿਨ ਦਾ ਗੁੱਸਾ ਨਹੀਂ ਸੀ, ਇਹ ਇੱਕ ਸੰਪੂਰਨ ਤੂਫਾਨ ਸੀ। ਤਤਕਾਲ ਕਾਰਨ ਤਾਂ ਬਿਲਕੁਲ ਨਵੀਂ ਐਨਫੀਲਡ ਰਾਈਫਲ ਦੇ ਉਹ ਕਾਰਤੂਸ ਸਨ ਜਿਨ੍ਹਾਂ ਬਾਰੇ ਅਫਵਾਹ ਸੀ ਕਿ ਉਨ੍ਹਾਂ ਉੱਤੇ ਗਾਂ ਅਤੇ ਸੂਰ ਦੀ ਚਰਬੀ ਲੱਗੀ ਹੋਈ ਹੈ। ਪਰ ਇਸ ਦੇ ਨਾਲ ਹੀ ਡਲਹੌਜ਼ੀ ਦੀ ਲੈਬਸ ਦੀ ਨੀਤੀ, ਭਾਰੀ ਟੈਕਸਾਂ ਕਾਰਨ ਹੋਈ ਆਰਥਿਕ ਤਬਾਹੀ ਅਤੇ ਫੌਜ ਵਿੱਚ ਭਾਰਤੀਆਂ ਨਾਲ ਹੁੰਦੇ ਨਸਲਵਾਦੀ ਵਿਵਹਾਰ ਨੇ ਬਲਦੀ ਵਿੱਚ ਘਿਓ ਦਾ ਕੰਮ ਕੀਤਾ। ਸਿਪਾਹੀ ਅਤੇ ਆਮ ਨਾਗਰਿਕ ਦੋਵੇਂ ਹੀ ਅੰਗਰੇਜ਼ਾਂ ਤੋਂ ਅੱਕ ਚੁੱਕੇ ਸਨ। ਆਓ ਅੱਗੇ ਵਧੀਏ ਅਤੇ ਦੇਖੀਏ ਕਿ ਕਿਵੇਂ ਇਹ ਸਾਰੀ ਬੇਚੈਨੀ ਇੱਕ ਵਿਸਫੋਟਕ ਟਾਈਮਲਾਈਨ ਵਿੱਚ ਬਦਲ ਗਈ, ਜਿਸ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ। ਘਟਨਾਵਾਂ ਦੇ ਇਸ ਕ੍ਰਮ ਨੂੰ ਬਿਲਕੁਲ ਆਪਣੇ ਦਿਮਾਗ ਵਿੱਚ ਬਿਠਾ ਲਓ। ਸ਼ੁਰੂਆਤ ਹੁੰਦੀ ਹੈ 29 ਮਾਰਚ ਨੂੰ, ਜਦੋਂ ਬੈਰਕਪੁਰ ਵਿਖੇ ਮੰਗਲ ਪਾਂਡੇ ਨੇ ਪਹਿਲੀ ਚਿੰਗਾਰੀ ਲਗਾਈ। ਫਿਰ 10 ਮਈ ਨੂੰ ਮੇਰਠ ਵਿੱਚ ਸਿਪਾਹੀਆਂ ਨੇ ਖੁੱਲ੍ਹੀ ਬਗਾਵਤ ਕਰ ਦਿੱਤੀ ਅਤੇ ਰਾਤੋਂ ਰਾਤ ਦਿੱਲੀ ਵੱਲ ਮਾਰਚ ਕੀਤਾ। ਅਗਲਾ ਦਿਨ ਯਾਨੀ 11 ਮਈ ਬਹੁਤ ਅਹਿਮ ਸੀ, ਜਦੋਂ ਉਨ੍ਹਾਂ ਨੇ 82 ਸਾਲਾ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੂੰ ਭਾਰਤ ਦਾ ਪ੍ਰਤੀਕਾਤਮਕ ਸਮਰਾਟ ਘੋਸ਼ਿਤ ਕਰ ਦਿੱਤਾ। ਇਸ ਤੋਂ ਬਾਅਦ 5 ਜੂਨ ਨੂੰ ਨਾਨਾ ਸਾਹਿਬ ਨੇ ਕਾਨਪੁਰ ਤੇ ਕਬਜ਼ਾ ਕਰ ਲਿਆ। ਫਿਰ ਇਹ ਬਗਾਵਤ ਹੋਰ ਤੇਜ਼ੀ ਨਾਲ ਫੈਲੀ। 30 ਜੂਨ ਨੂੰ ਰਾਣੀ ਲక్ష్ਮੀ ਬਾਈ ਨੇ ਝਾਂਸੀ ਦੀ ਕਮਾਨ ਸੰਭਾਲੀ ਅਤੇ 1 ਜੁਲਾਈ ਨੂੰ ਬੇਗਮ ਹਜ਼ਰਤ ਮਹਿਲ ਨੇ ਲਖਨਊ ਵਿੱਚ ਮੋਰਚਾ ਖੋਲ੍ਹਿਆ। ਪਰ ਭਾਈ ਅੰਗਰੇਜ਼ ਵੀ ਕਿੱਥੇ ਟਿਕਣ ਵਾਲੇ ਸੀ। ਉਨ੍ਹਾਂ ਨੇ ਪੂਰੀ ਤਾਕਤ ਨਾਲ ਜਵਾਬੀ ਹਮਲਾ ਕੀਤਾ ਅਤੇ ਸਤੰਬਰ 1857 ਵਿੱਚ ਦਿੱਲੀ ਤੇ ਦੁਬਾਰਾ ਕਬਜ਼ਾ ਕਰ ਲਿਆ। ਇਹ ਪੂਰਾ ਘਟਨਾਕ੍ਰਮ ਆਖਿਰਕਾਰ ਜੂਨ 1858 ਵਿੱਚ ਗਵਾਲੀਅਰ ਵਿਖੇ ਰਾਣੀ ਲక్ష్ਮੀ ਬਾਈ ਦੀ ਦੁਖਦਾਈ ਪਰ ਬਹੁਤ ਹੀ ਬਹਾਦਰੀ ਭਰੀ ਆਖਰੀ ਲੜਾਈ ਦੇ ਨਾਲ ਆਪਣੇ ਅੰਤ ਵੱਲ ਵਧਿਆ। ਹੁਣ ਆਉਂਦੇ ਹਾਂ ਸਾਡੇ ਅਗਲੇ ਹਿੱਸੇ ਤੇ, ਮੁੱਖ ਨੇਤਾ ਅਤੇ ਉਹਨਾਂ ਦੇ ਕੇਂਦਰ, ਜੋ ਕਿ ਐਗਜ਼ਾਮ ਵਿੱਚ ਮੈਚ ਦਾ ਫੋਲੋਇੰਗ ਵਾਲੇ ਸਵਾਲਾਂ ਲਈ ਬਹੁਤ ਫੇਵਰੇਟ ਟੌਪਿਕ ਹੈ। ਇਸ ਟੇਬਲ ਨੂੰ ਤਾਂ ਬਿਲਕੁਲ ਰੱਟ ਲਓ। ਦਿੱਲੀ ਵਿੱਚ ਬਹਾਦਰ ਸ਼ਾਹ ਦਾ ਰੋਲ ਇੱਕ ਪ੍ਰਤੀਕਾਤਮਕ ਸਮਰਾਟ ਦਾ ਸੀ। ਕਾਨਪੁਰ ਵਿੱਚ ਨਾਨਾ ਸਾਹਿਬ ਨੇ ਕਿਲੇ ਤੇ ਕਬਜ਼ਾ ਕੀਤਾ। ਲਖਨਊ ਵਿੱਚ ਬੇਗਮ ਹਜ਼ਰਤ ਮਹਿਲ ਦੀ ਅਗਵਾਈ ਵਿੱਚ ਪੂਰੇ 87 ਦਿਨਾਂ ਦੀ ਲੰਬੀ ਖੇਰਾਬੰਦੀ ਹੋਈ। ਸੋਚ ਕੇ ਦੇਖੋ, 87 ਦਿਨ। ਅਤੇ ਝਾਂਸੀ ਵਿੱਚ ਰਾਣੀ ਲక్ష్ਮੀ ਬਾਈ ਅੰਗਰੇਜ਼ਾਂ ਨਾਲ ਡਟ ਕੇ ਲੜਦੇ ਹੋਏ ਸ਼ਹੀਦ ਹੋ ਗਏ। ਇਹ ਇਤਿਹਾਸਿਕ ਰਿਕਾਰਡ ਤੁਹਾਡੇ ਟਿਪਸ ਤੇ ਹੋਣੇ ਚਾਹੀਦੇ ਨੇ। ਅਤੇ ਜਦੋਂ ਆਪਾਂ ਇਹਨਾਂ ਇਤਿਹਾਸਿਕ ਸ਼ਖਸੀਅਤਾਂ ਦੀ ਗੱਲ ਕਰਦੇ ਹਾਂ, ਖਾਸ ਕਰਕੇ ਰਾਣੀ ਲక్ష్ਮੀ ਬਾਈ ਦੀ, ਤਾਂ ਉਹਨਾਂ ਦੀ ਮਹਾਨ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਅਤੇ ਭਾਰਤੀ ਰਾਸ਼ਟਰਵਾਦੀਆਂ ਲਈ ਔਰਤ ਸ਼ਕਤੀ ਅਤੇ ਕਦੇ ਨਾ ਝੁਕਣ ਵਾਲੇ ਵਿਰੋਧ ਦਾ ਇੱਕ ਅਮਿੱਟ ਪ੍ਰਤੀਕ ਬਣ ਗਈ। ਪਰ ਯਾਰ, ਇੰਨੀ ਬਹਾਦਰੀ ਅਤੇ ਕੁਰਬਾਨੀਆਂ ਦੇ ਬਾਵਜੂਦ ਅਸੀਂ ਹਾਰ ਕਿਉਂ ਗਏ? ਇਸ ਰਣਨੀਤਿਕ ਹਾਰ ਨੂੰ ਸਮਝਣਾ ਐਗਜ਼ਾਮ ਦੇ ਵਿਸ਼ਲੇਸ਼ਣਾਤਮਕ ਪ੍ਰਸ਼ਨਾਂ ਲਈ ਬਹੁਤ ਮਹੱਤਵਪੂਰਨ ਹੈ। ਇਸ ਸਪਲਿਟ ਸਕਰੀਨ ਤੁਲਨਾ ਤੋਂ ਬਿਲਕੁਲ ਸਾਫ਼ ਹੋ ਜਾਂਦਾ ਹੈ ਕਿ ਅਸਲ ਵਿੱਚ ਹੋਇਆ ਕੀ ਸੀ। ਸਾਡੇ ਵਿਦਰੋਹੀਆਂ ਵਿੱਚ ਆਪਸੀ ਏਕਤਾ ਅਤੇ ਪੂਰੇ ਭਾਰਤ ਲਈ ਇੱਕ ਸਾਂਝੀ ਤਾਲਮੇਲ ਵਾਲੀ ਯੋਜਨਾ ਦੀ ਘਾਟ ਸੀ। ਬਹਾਦਰ ਸ਼ਾਹ ਤੋਂ ਬਾਅਦ ਕੋਈ ਕੇਂਦਰੀ ਕਮਾਂਡ ਹੀ ਨਹੀਂ ਬਚੀ। ਦੂਜੇ ਪਾਸੇ ਅੰਗਰੇਜ਼ਾਂ ਕੋਲ ਬਹੁਤ ਵੱਡਾ ਤਕਨੀਕੀ ਫਾਇਦਾ ਸੀ, ਟੈਲੀਗ੍ਰਾਫ ਅਤੇ ਰੇਲਵੇ। ਉਹਨਾਂ ਨੇ ਸੰਦੇਸ਼ ਤੇਜ਼ੀ ਨਾਲ ਭੇਜੇ, ਆਪਣੀਆਂ ਫੌਜਾਂ ਨੂੰ ਫਟਾਫਟ ਇੱਧਰ-ਉੱਧਰ ਮੂਵ ਕੀਤਾ ਅਤੇ ਯੂਕੇ ਤੋਂ ਆਈ ਨਵੀਂ ਮਦਦ ਨੇ ਸਾਰੀ ਗੇਮ ਹੀ ਪਲਟ ਦਿੱਤੀ। ਵਿਦਰੋਹ ਦੇ ਖਤਮ ਹੋਣ ਤੋਂ ਬਾਅਦ ਜੋ ਬਦਲਾਅ ਆਏ, ਉਹ ਇਤਿਹਾਸ ਨੂੰ ਪਲਟਣ ਵਾਲੇ ਸਨ। ਆਓ ਦੇਖੀਏ ਉਹ ਮੁੱਖ ਨਤੀਜੇ ਜਿਨ੍ਹਾਂ ਨੂੰ ਯਾਦ ਰੱਖਣਾ ਤੁਹਾਡੇ ਲਈ ਲਾਜ਼ਮੀ ਹੈ। ਸਭ ਤੋਂ ਵੱਡੀ ਗੱਲ, ਗਵਰਨਮੈਂਟ ਆਫ ਇੰਡੀਆ ਐਕਟ 1858 ਪਾਸ ਹੋਇਆ, ਜਿਸ ਨੇ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦਾ ਸਦਾ ਲਈ ਅੰਤ ਕਰ ਦਿੱਤਾ। ਸੱਤਾ ਹੁਣ ਸਿੱਧੇ ਬ੍ਰਿਟਿਸ਼ ਤਾਜ ਯਾਨੀ ਮਹਾਰਾਣੀ ਵਿਕਟੋਰੀਆ ਦੇ ਹੱਥਾਂ ਵਿੱਚ ਆ ਗਈ। ਗਵਰਨਰ ਜਨਰਲ ਨੂੰ ਹੁਣ ਵਾਇਸਰਾਏ ਕਿਹਾ ਜਾਣ ਲੱਗਾ। ਫੌਜ ਵਿੱਚ ਬ੍ਰਿਟਿਸ਼ ਸੈਨਿਕਾਂ ਅਤੇ ਭਾਰਤੀਆਂ ਦਾ ਅਨੁਪਾਤ ਬਦਲ ਕਰ 1:2 ਕਰ ਦਿੱਤਾ ਗਿਆ ਅਤੇ ਧਿਆਨ ਦਿਓ, ਤੋਪਖਾਨਾ ਬਿਲਕੁਲ ਅੰਗਰੇਜ਼ਾਂ ਨੇ ਆਪਣੇ ਕੰਟਰੋਲ ਵਿੱਚ ਰੱਖਿਆ। ਹਾਲਾਂਕਿ ਲੈਬਸ ਦੀ ਨੀਤੀ ਖਤਮ ਕਰ ਦਿੱਤੀ ਗਈ, ਪਰ ਭਾਰਤੀਆਂ ਦੇ ਮਨਾਂ ਵਿੱਚੋਂ ਅੰਗਰੇਜ਼ਾਂ ਲਈ ਭਰੋਸਾ ਟੁੱਟ ਚੁੱਕਾ ਸੀ। ਅਤੇ ਦੋਸਤੋ, ਇਸੇ ਅਵਿਸ਼ਵਾਸ ਨੇ ਹੀ ਭਾਰਤੀ ਰਾਸ਼ਟਰਵਾਦ ਦੇ ਸ਼ੁਰੂਆਤੀ ਬੀਜ ਦਿੱਤੇ ਸਨ। ਲੋ ਜੀ, ਹੁਣ ਵਾਰੀ ਹੈ ਰੈਪਿਡ ਰਿਵੀਜ਼ਨ ਕੁਇਜ਼ ਦੀ। ਆਓ ਦੇਖਦੇ ਹਾਂ ਤੁਹਾਨੂੰ ਇਹਨਾਂ ਉੱਚ ਉਪਜ ਵਾਲੇ ਤੱਥਾਂ ਵਿੱਚੋਂ ਕਿੰਨਾ ਕੁ ਯਾਦ ਰਿਹਾ ਹੈ। ਸੋਚੋ, ਕਾਰਨਾਂ ਵਾਲੇ ਭਾਗ ਨੂੰ ਯਾਦ ਕਰੋ। ਬਿਲਕੁਲ ਸਹੀ।
ਇਸ ਦਾ ਜਵਾਬ ਹੈ ਨਵੀਂ ਐਨਫੀਲਡ ਰਾਈਫਲ ਦੇ ਕਾਰਤੂਸ, ਜਿਨ੍ਹਾਂ ਬਾਰੇ ਅਫਵਾਹ ਸੀ ਕਿ ਉਹਨਾਂ ਨੂੰ ਗਾਂ ਅਤੇ ਸੂਰ ਦੀ ਚਰਬੀ ਨਾਲ ਗਰੀਸ ਕੀਤਾ ਗਿਆ ਹੈ। ਮੇਰਠ ਵਿਦਰੋਹ ਤੋਂ ਬਾਅਦ ਸਿਪਾਹੀ ਦਿੱਲੀ ਪਹੁੰਚੇ ਅਤੇ ਉਹਨਾਂ ਨੇ ਤਾਜਪੋਸ਼ੀ ਕੀਤੀ 82 ਸਾਲਾ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦੀ। ਇਹ ਆਪਾਂ ਹੁਣੇ ਡਿਸਕਸ ਕੀਤਾ ਸੀ। ਇਹ ਸਨ ਝਾਂਸੀ ਦੀ ਬਹਾਦਰ ਰਾਣੀ ਲక్ష్ਮੀ ਬਾਈ, ਜਿਨ੍ਹਾਂ ਨੇ ਆਪਣੀ ਆਖਰੀ ਅਤੇ ਮਹਾਨ ਲੜਾਈ ਗਵਾਲੀਅਰ ਦੇ ਮੈਦਾਨ ਵਿੱਚ ਲੜੀ। ਅੰਗਰੇਜ਼ਾਂ ਨੇ ਕਿਸ ਚੀਜ਼ ਦਾ ਸਭ ਤੋਂ ਵੱਧ ਫਾਇਦਾ ਚੁੱਕਿਆ? ਉਹ ਸੀ ਉਹਨਾਂ ਦਾ ਟੈਲੀਗ੍ਰਾਫ ਅਤੇ ਰੇਲਵੇ ਨੈਟਵਰਕ। ਇਸੇ ਤਕਨੀਕੀ ਫਾਇਦੇ ਨੇ ਉਹਨਾਂ ਨੂੰ ਜਿੱਤ ਦਿਵਾਈ। ਇਹ ਐਗਜ਼ਾਮਸ ਦਾ ਸਭ ਤੋਂ ਪਸੰਦੀਦਾ ਸਵਾਲ ਹੈ। ਸੱਤਾ ਨੂੰ ਸਿੱਧੇ ਤੌਰ ਤੇ ਬ੍ਰਿਟਿਸ਼ ਤਾਜ ਨੂੰ ਸੌਂਪਣ ਵਾਲਾ ਕਾਨੂੰਨ ਸੀ ਗਵਰਨਮੈਂਟ ਆਫ ਇੰਡੀਆ ਐਕਟ 1858। ਤਾਂ ਦੋਸਤੋ, ਜੇਕਰ ਤੁਸੀਂ ਇਹਨਾਂ 8 ਤਾਰੀਖਾਂ, 5 ਪ੍ਰਮੁੱਖ ਨੇਤਾਵਾਂ ਅਤੇ 4 ਵੱਡੇ ਨਤੀਜਿਆਂ ਨੂੰ ਚੰਗੀ ਤਰ੍ਹਾਂ ਰੱਟ ਲਿਆ, ਤਾਂ ਸਮਝੋ ਐਗਜ਼ਾਮ ਵਿੱਚ ਤੁਹਾਡੀ ਸਫਲਤਾ ਪੱਕੀ ਹੈ। ਸਾਡਾ ਅੱਜ ਦਾ ਇਹ ਇਤਿਹਾਸਿਕ ਵਿਸ਼ਲੇਸ਼ਣ ਇੱਥੇ ਹੀ ਪੂਰਾ ਹੁੰਦਾ ਹੈ, ਪਰ ਜਾਂਦੇ-ਜਾਂਦੇ ਇੱਕ ਸਵਾਲ ਤੁਹਾਡੇ ਲਈ ਛੱਡ ਕੇ ਜਾ ਰਿਹਾ ਹਾਂ। ਰਾਸ਼ਟਰਵਾਦ ਦੇ ਇਹ ਬੀਜ ਜੋ 1857 ਦੀ ਇਸ ਕੁਰਬਾਨੀ ਵਿੱਚ ਉਪਜੇ ਸਨ, ਉਹਨਾਂ ਨੇ ਭਵਿੱਖ ਵਿੱਚ ਭਾਰਤ ਦੇ ਹੋਰ ਕਿਹੜੇ ਵੱਡੇ ਅੰਦੋਲਨਾਂ ਨੂੰ ਜਨਮ ਦਿੱਤਾ ਹੋਵੇਗਾ? ਸੋਚੋ ਜ਼ਰੂਰ। ਅਗਲੀ ਵਾਰ ਤੱਕ ਆਪਣੀ ਤਿਆਰੀ ਇਸੇ ਤਰ੍ਹਾਂ ਜਾਰੀ ਰੱਖੋ। ਸਿੱਖੋ ਨਵੇਂ ਅੰਦਾਜ਼ ਨਾਲ, ਪੜ੍ਹੋ ਪੰਜਾਬ ਐਗਜ਼ਾਮ ਥਿਊਰੀ ਦੇ ਨਾਲ, ਆਪਣੇ ਸੁਪਨਿਆਂ ਨੂੰ ਦਿਓ ਉਡਾਣ। ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ।